सिर दर्द, माइग्रेन, शरीर ਦੇ ਅੰਦਰ ਜਲਨ, ਹੱਥਾਂ ਪੈਰਾਂ ਵਿੱਚ ਜਲਨ, ਅੱਖਾਂ ਵਿੱਚ ਜਲਨ, ਕਮਜ਼ੋਰੀ ਤੇ ਥਕਾਨ ਨੂੰ ਦੂਰ ਕਰਨ ਦੇ ਲਈ ਆਓ ਬਣਾਈਏ ਠੰਡੀ ਠਾਰ ਰੈਸਿਪੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਆਯੁਰਵੈਦਿਕ ਰਸੋਈ ਦੇ ਵਿੱਚ। ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ। ਅੱਜ ਅਸੀਂ ਇੱਕ ਬਹੁਤ ਹੀ ਸਵਾਦਿਸ਼ਟ ਰੈਸਿਪੀ ਤਿਆਰ ਕਰਾਂਗੇ ਜਿਹੜੀ ਕਿ ਗਰਮੀਆਂ ਦੇ ਲਈ ਬਹੁਤ ਖਾਸ ਹੈ ਤੇ ਗਰਮੀਆਂ ਦੀ ਹਰ ਬਿਮਾਰੀ ਤੋਂ ਨਿਜਾਤ ਦਿਵਾ ਸਕਦੀ ਹੈ। ਇਸ ਰੈਸਿਪੀ ਨੂੰ ਬਣਾਉਣ ਦੇ ਲਈ ਜਿਹੜੀ ਮੁੱਖ ਸਮੱਗਰੀ ਸਾਨੂੰ ਚਾਹੀਦੀ ਹੈ ਉਹ ਹੈ ਬਦਾਮ ਤੇ ਕਾਜੂ। ਬਦਾਮ ਤੇ ਕਾਜੂ ਦੋਨਾਂ ਨੂੰ ਹੀ ਅਸੀਂ ਰਾਤ ਭਰ ਪਾਣੀ ਦੇ ਵਿੱਚ ਭੇ ਦਿੱਤਾ ਸੀ। 20 ਤੋਂ 25 ਬਦਾਮ ਲਏ ਹਨ ਤੇ ਇੰਨੀ ਮਾਤਰਾ ਵਿੱਚ ਹੀ ਕਾਜੂ ਹਨ। ਇਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਅਲੱਗ-ਅਲੱਗ ਕਰ ਲੈਣਾ ਹੈ। ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਜਦੋਂ ਅਸੀਂ ਪੂਰੀ ਰਾਤ ਭਿੰਦੇ ਹਾਂ ਤਾਂ ਇਹ ਗੰਧਲਾ ਜਿਹਾ ਹੋ ਜਾਂਦਾ ਹੈ। ਇਸ ਕਰਕੇ ਇਸ ਪਾਣੀ ਨੂੰ ਸਾਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ। ਵੈਸੇ ਵੀ ਇਹਨਾਂ ਦੇ ਵਿੱਚ ਵੀ ਜਿੰਨੇ ਵੀ ਕੋਈ ਟੌਕਸਿਨਸ ਹੁੰਦੇ ਹਨ ਉਹ ਬਾਹਰ ਨਿਕਲ ਜਾਂਦੇ ਹਨ ਤੇ ਜਦੋਂ ਅਸੀਂ ਡਰਾਈ ਫਰੂਟਸ ਨੂੰ ਗਰਮੀਆਂ ਦੇ ਵਿੱਚ ਭੇ ਕੇ ਵਰਤਦੇ ਹਾਂ ਤਾਂ ਇੱਕ ਤਾਂ ਇਹਨਾਂ ਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੋ ਜਾਂਦੀ ਹੈ, ਇਹਨਾਂ ਦਾ ਰੁੱਖਾਪਨ ਖਤਮ ਹੋ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਚਲਾ ਜਾਂਦਾ ਹੈ। ਇਸ ਦੇ ਨਾਲ ਇਹਨਾਂ ਦੇ ਜਿਹੜੇ ਬਣਤਰ ਹੈ ਉਹ ਬਿਲਕੁਲ ਢਿੱਲੀ ਪੈ ਜਾਂਦੀ ਹੈ, ਜਿਸ ਕਰਕੇ ਇਹ ਸਰੀਰ ਦੇ ਵਿੱਚ ਪਚਣ ਲਈ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਂਦੇ ਹਨ। ਜੇ ਅਸੀਂ ਕਾਜੂਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਤਾਸੀਰ ਗਰਮ ਨਹੀਂ ਹੁੰਦੀ, ਪਰ ਅਸੀਂ ਇਹਨਾਂ ਨੂੰ ਸੁੱਕਾ ਨਹੀਂ ਖਾ ਸਕਦੇ ਗਰਮੀ ਵਿੱਚ, ਇਸ ਕਰਕੇ ਭਿਉਣਾ ਜ਼ਰੂਰੀ ਹੈ ਤਾਂ ਇਹ ਹੋਰ ਵੀ ਜ਼ਿਆਦਾ ਠੰਡੀ ਤਾਸੀਰ ਦੇ ਹੋ ਜਾਂਦੇ ਹਨ। ਕਾਜੂ ਬੁੱਧੀਵਰਧਕ ਹੁੰਦੇ ਹਨ, ਸਰੀਰ ਦੀ ਤਾਕਤ ਵਧਾਉਣ ਵਾਲੇ ਹੁੰਦੇ ਹਨ, ਖੂਨ ਦੀ ਕਮੀ ਨੂੰ ਦੂਰ ਕਰਦੇ ਹਨ, ਹੱਡੀਆਂ ਦੇ ਲਈ ਤੇ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹਨ। ਕਾਜੂਆਂ ਨੂੰ ਅਸੀਂ ਅਲੱਗ ਕਰ ਲਿਆ ਹੈ। ਬਦਾਮਾਂ ਨੂੰ ਵੀ ਛਿਲਕਾ ਉਤਾਰ ਕੇ ਅਲੱਗ ਰੱਖ ਲਵਾਂਗੇ। ਬਦਾਮ ਚੰਗੀ ਤਰ੍ਹਾਂ ਪਚ ਸਕਣ ਸਾਡੇ ਸਰੀਰ ਵਿੱਚ, ਇਸ ਤੋਂ ਜਿਹੜਾ ਪੋਸ਼ਣ ਮਿਲਦਾ ਹੈ ਉਹ ਪੂਰੀ ਤਰ੍ਹਾਂ ਐਬਜ਼ੌਰਬ ਹੋ ਸਕੇ, ਇਸ ਦੇ ਲਈ ਜਾਂ ਤਾਂ ਅਸੀਂ ਬਦਾਮਾਂ ਨੂੰ ਰੋਸਟ ਕਰਕੇ ਖਾ ਸਕਦੇ ਹਾਂ ਤੇ ਦੂਸਰਾ ਤਰੀਕਾ ਹੈ ਕਿ ਅਸੀਂ ਇਸ ਨੂੰ ਭਿਉਂ ਕੇ ਤੇ ਇਸ ਦਾ ਛਿਲਕਾ ਉਤਾਰ ਕੇ ਖਾਈਏ। ਗਰਮੀਆਂ ਲਈ ਇਹੀ ਤਰੀਕਾ ਸਹੀ ਹੈ। ਇਹਨਾਂ ਦੇ ਛਿਲਕੇ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਨ੍ਹਾਂ ਕਰਕੇ ਬਦਾਮ ਸਰੀਰ ਵਿੱਚ ਚੰਗੀ ਤਰ੍ਹਾਂ ਨਹੀਂ ਪਚ ਸਕਦੇ, ਇਸ ਕਰਕੇ ਛਿਲਕਾ ਉਤਾਰਨਾ ਬਿਹਤਰ ਹੈ। ਬਦਾਮ ਸਨਿਗਧ ਹੁੰਦੇ ਹਨ, ਯਾਨੀ ਕਿ ਇਹਨਾਂ ਦੇ ਅੰਦਰ ਤੇਲ ਪਾਇਆ ਜਾਂਦਾ ਹੈ, ਇਸ ਕਰਕੇ ਸਰੀਰ ਦਾ ਜਿਹੜਾ ਵਾਤ ਦੋਸ਼ ਹੈ ਉਸ ਨੂੰ ਕਾਬੂ ਕਰਨ ਵਿੱਚ ਇਹ ਬਹੁਤ ਮਦਦਗਾਰ ਹਨ। ਵਾਤ ਤੋਂ ਹੋਣ ਵਾਲੇ ਜਿੰਨੇ ਵੀ ਰੋਗ ਹਨ ਉਹਨਾਂ ਵਿੱਚ ਅਸੀਂ ਬਦਾਮਾਂ ਨੂੰ ਜਾਂ ਤਾਂ ਸਰਦੀਆਂ ਵਿੱਚ ਘੀ ਦੇ ਵਿੱਚ ਰੋਸਟ ਕਰਕੇ ਤੇ ਗਰਮੀਆਂ ਵਿੱਚ ਭੇ ਕੇ ਖਾ ਸਕਦੇ ਹਾਂ। ਬਦਾਮਾਂ ਨੂੰ ਜੇ ਅਸੀਂ ਰੋਜ਼ਾਨਾ ਖਾਂਦੇ ਹਾਂ ਤਾਂ ਇਸ ਦੇ ਨਾਲ ਜਿਹੜਾ ਬੈਡ ਕੋਲੇਸਟ੍ਰੋਲ ਹੈ ਉਹ ਘਟਦਾ ਹੈ, ਤਾਂ ਇਹ ਇੱਕ ਗੁੱਡ ਫੈਟ ਦੇ ਅੰਦਰ ਆ ਜਾਂਦੇ ਹਨ। ਇਸ ਕਰਕੇ ਇਹਨਾਂ ਦੀ ਵਰਤੋਂ ਅਸੀਂ 2 ਤੋਂ 3 ਮਾਤਰਾ ਵਿੱਚ ਰੋਜ਼ਾਨਾ ਕਰ ਸਕਦੇ ਹਾਂ। ਇਸ ਦੇ ਨਾਲ ਇਸ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜਿਹੜਾ ਕਿ ਹਾਈ ਬੀਪੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੇ ਹਾਰਟ ਦੇ ਰੋਗੀਆਂ ਲਈ ਵੀ ਭਿੱਜੇ ਹੋਏ 2 ਤੋਂ 3 ਬਦਾਮ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੇ ਹਨ। ਇਹਨਾਂ ਵਿੱਚ ਚੰਗੀ ਮਾਤਰਾ ਵਿੱਚ ਐਂਟੀਆਕਸੀਡੈਂਟਸ ਤੇ ਫਾਈਬਰ ਮਿਲਦੇ ਹਨ, ਜਿਸ ਕਰਕੇ ਇਹ ਸਾਡੇ ਗਟ ਦੇ ਲਈ, ਪੇਟ ਲਈ ਬਹੁਤ ਜ਼ਿਆਦਾ ਵਧੀਆ ਹਨ। ਡਾਇਬਟੀਜ਼ ਦੇ ਰੋਗੀ ਵੀ ਬਦਾਮਾਂ ਦਾ ਸੇਵਨ ਕਰ ਸਕਦੇ ਹਨ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਬੁੱਧੀਵਰਧਕ ਹਨ, ਸਟੈਮਿਨਾ ਵਧਾਉਣ ਵਾਲੇ ਹਨ, ਸ਼ਕਤੀ ਵਧਾਉਣ ਵਾਲੇ ਹਨ। ਇਸ ਕਰਕੇ ਜਿਹੜੇ ਵੀ ਦਿਮਾਗੀ ਕੰਮ ਕਰਦੇ ਹਨ ਜਾਂ ਫਿਰ ਕਿਸੇ ਤਰ੍ਹਾਂ ਦਾ ਦਿਮਾਗੀ ਤਣਾਅ ਜਾਂ ਸਟ੍ਰੈਸ ਰਹਿੰਦਾ ਹੈ, ਬੱਚਿਆਂ ਲਈ ਬਦਾਮ ਬਹੁਤ ਹੀ ਜ਼ਿਆਦਾ ਵਧੀਆ ਹਨ। ਬਦਾਮਾਂ ਨੂੰ ਅਸੀਂ ਭੇ ਕੇ ਪ੍ਰੈਗਨੈਂਸੀ ਦੇ ਵਿੱਚ ਵੀ ਖਾ ਸਕਦੇ ਹਾਂ ਕਿਉਂਕਿ ਭੇਣ ਤੋਂ ਬਾਅਦ ਇਹ ਗਰਮ ਨਹੀਂ ਰਹਿੰਦੇ। ਮਾਤਾ ਤੇ ਬੱਚੇ ਨੂੰ ਪੋਸ਼ਣ ਦੇਣ ਲਈ ਬਹੁਤ ਹੀ ਵਧੀਆ ਹਨ। ਬਦਾਮਾਂ ਨੂੰ ਕੋਈ ਵੀ ਖਾ ਸਕਦਾ ਹੈ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਇਹ ਲਾਭਦਾਇਕ ਹਨ। ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਬਸ ਅਸੀਂ ਮਾਤਰਾ ਦਾ ਖਿਆਲ ਰੱਖਣਾ ਹੈ। 2 ਤੋਂ 3 ਬਦਾਮ ਰੋਜ਼ਾਨਾ ਖਾਧੇ ਜਾ ਸਕਦੇ ਹਨ। ਬਦਾਮ ਸ਼ੁਕਰਲ ਵੀ ਹਨ, ਇਸ ਕਰਕੇ ਜਿਨ੍ਹਾਂ ਵੀ ਪੁਰਸ਼ਾਂ ਵਿੱਚ ਸ਼ੁਕਰ ਸੰਬੰਧੀ ਕੋਈ ਵੀ ਸਮੱਸਿਆਵਾਂ ਹਨ ਜਾਂ ਜਿਹੜੀਆਂ ਭੈਣਾਂ ਗਰਭ ਧਾਰਨ ਨਹੀਂ ਕਰ ਪਾ ਰਹੀਆਂ ਉਹਨਾਂ ਦੇ ਲਈ ਵੀ ਬਹੁਤ ਫਾਇਦੇਮੰਦ ਹਨ। ਇਹਨਾਂ ਨੂੰ ਅਸੀਂ ਅਲੱਗ-ਅਲੱਗ ਕਰ ਲਿਆ ਹੈ, ਸਾਫ਼ ਕਰ ਲਿਆ ਹੈ। ਹੁਣ ਇਹਨਾਂ ਦੇ ਵਿੱਚ ਸਾਫ਼ ਪਾਣੀ ਪਾ ਦੇਣਾ ਹੈ ਕਿਉਂਕਿ ਅਸੀਂ ਇਹਨਾਂ ਨੂੰ ਭਿਉਂ ਕੇ ਹੀ ਰੱਖਣਾ ਹੈ ਤਾਂ ਹੀ ਇਹ ਸਹੀ ਵਰਤੋਂ ਦੇ ਵਿੱਚ ਆਉਣਗੇ। ਹੁਣ ਅਸੀਂ ਇਹਨਾਂ ਦੋਵਾਂ ਦਾ ਪੇਸਟ ਬਣਾਉਣਾ ਹੈ। ਇਸ ਵਿੱਚੋਂ ਅਸੀਂ ਥੋੜੇ ਜਿਹੇ ਬਦਾਮ ਤੇ ਥੋੜੇ ਜਿਹੇ ਕਾਜੂ ਰੱਖ ਲਵਾਂਗੇ ਤੇ ਬਾਕੀ ਦਾ ਅਸੀਂ ਪੇਸਟ ਬਣਾਉਣਾ ਹੈ। ਚਾਹੇ ਤਾਂ ਤੁਸੀਂ ਮੋਟਾ ਦਰਦਰਾ ਕਿਸੇ ਇਮਾਮਦਸਤੇ ਵਿੱਚ ਕੁੱਟ ਲਓ ਤੇ ਜੇ ਤੁਸੀਂ ਬਰੀਕ ਪੇਸਟ ਕਰਨਾ ਚਾਹੁੰਦੇ ਹੋ ਤਾਂ ਗ੍ਰਾਈਂਡਰ ਦੀ ਮਦਦ ਲੈ ਸਕਦੇ ਹੋ। ਇਹ ਰੈਸਿਪੀ ਬੱਚਿਆਂ ਲਈ ਵੀ ਬਹੁਤ ਲਾਭਦਾਇਕ ਹੈ। ਉਹਨਾਂ ਦੀ ਹਾਈਟ ਵਧਾਉਣ ਲਈ, ਉਹਨਾਂ ਦੀ ਨਜ਼ਰ ਨੂੰ ਤੰਦਰੁਸਤ ਰੱਖਣ ਲਈ, ਉਹਨਾਂ ਦੇ ਵਾਲਾਂ ਤੇ ਸਕਿਨ ਨੂੰ ਚੰਗਾ ਰੱਖਣ ਦੇ ਲਈ, ਉਹਨਾਂ ਦੀ ਬੁੱਧੀ ਵਧਾਉਣ ਲਈ, ਸਟਰੈਂਥ ਤੇ ਸਟੈਮਿਨਾ ਵਧਾਉਣ ਲਈ ਬਹੁਤ ਹੀ ਕਾਰਗਰ ਹੈ।
ਇਸ ਕਰਕੇ ਬੱਚਿਆਂ ਨੂੰ ਜ਼ਰੂਰ ਦੇਣੀ ਹੈ। ਇਸੇ ਕਰਕੇ ਮੈਂ ਵੀ ਇਹਦਾ ਪੇਸਟ ਬਣਾ ਰਹੀ ਹਾਂ ਤਾਂ ਕਿ ਬੱਚੇ ਆਸਾਨੀ ਨਾਲ ਲੈ ਸਕਣ। ਗ੍ਰਾਈਂਡ ਕਰਦੇ ਵਕਤ ਸਾਨੂੰ ਇਹ ਧਿਆਨ ਰੱਖਣਾ ਹੈ ਕਿ ਅਸੀਂ ਮਿਕਸੀ ਨੂੰ ਲਗਾਤਾਰ ਨਹੀਂ ਚਲਾਉਣਾ ਹੁੰਦਾ, ਬਸ ਥੋੜਾ ਜਿਹਾ ਚਲਾਓ ਬੰਦ ਕਰ ਦਿਓ, ਥੋੜਾ ਜਿਹਾ ਚਲਾਓ ਬੰਦ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਇੰਨੀ ਜ਼ਿਆਦਾ ਹੀਟ ਨਹੀਂ ਪੈਦਾ ਹੁੰਦੀ ਤੇ ਜਿਸ ਕਰਕੇ ਬਹੁਤ ਵਧੀਆ ਪੇਸਟ ਵੀ ਤਿਆਰ ਹੋ ਜਾਂਦਾ ਹੈ ਤੇ ਉਹਦੇ ਜਿਹੜੇ ਤੱਤ ਹਨ ਉਹਨਾਂ ਨੂੰ ਵੀ ਅਸੀਂ ਬਚਾ ਸਕਦੇ ਹਾਂ। ਪੇਸਟ ਨੂੰ ਬਣਾਉਣ ਲਈ ਥੋੜਾ ਜਿਹਾ ਪਾਣੀ ਵੀ ਲੱਗਦਾ ਹੈ, 2-3 ਚਮਚ, ਉਹ ਅਸੀਂ ਠੰਡਾ ਪਾ ਸਕਦੇ ਹਾਂ। ਇਸ ਨਾਲ ਵੀ ਹੀਟ ਜਿਹੜੀ ਹੈ ਉਹ ਨਹੀਂ ਪੈਦਾ ਹੁੰਦੀ, ਬਦਾਮ ਤੇ ਕਾਜੂ ਬਿਲਕੁਲ ਠੰਡੇ ਰਹਿੰਦੇ ਹਨ। ਹੁਣ ਅਸੀਂ ਅਗਲੀ ਤਾਕਤਵਰ ਚੀਜ਼ ਲੈ ਰਹੇ ਹਾਂ ਇਸ ਰੈਸਿਪੀ ਲਈ, ਉਹ ਹੈ ਮਿਸ਼ਰੀ। ਧਾਗੇ ਵਾਲੀ ਮਿਸ਼ਰੀ ਲੈਣੀ ਹੈ, ਗਰਮੀਆਂ ਦੇ ਲਈ ਸਭ ਤੋਂ ਉੱਤਮ ਮਿੱਠਾ ਹੈ। ਇਸ ਦਾ ਧਾਗਾ ਅਸੀਂ ਕੱਢ ਦੇਣਾ ਹੈ। ਮਿਸ਼ਰੀ ਜਿਹੜੀ ਹੈ ਇਹ ਠੰਡੀ ਹੋਣ ਦੇ ਬਾਅਦ ਵੀ ਖੰਘ ਜ਼ੁਕਾਮ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਤਾਂ ਇਸ ਕਰਕੇ ਹਾਲਾਂਕਿ ਇਹ ਰੈਸਿਪੀ ਠੰਡੀ ਤਿਆਰ ਹੋਏਗੀ ਪਰ ਅਸੀਂ ਇਸ ਵਿੱਚ ਮਿਸ਼ਰੀ ਪਾ ਰਹੇ ਹਾਂ, ਤਾਂ ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਦਮਾ ਅਸਥਮਾ ਰਹਿੰਦਾ ਹੈ ਉਹ ਵੀ ਇਸ ਰੈਸਿਪੀ ਨੂੰ ਲੈ ਸਕਦੇ ਹਨ। ਇਸ ਤੋਂ ਬਾਅਦ ਜਿਹੜੀ ਮਿਸ਼ਰੀ ਹੈ ਅੱਖਾਂ ਦੇ ਲਈ ਬਹੁਤ ਚੰਗੀ ਹੈ, ਨਿਗਾਹ ਨੂੰ ਵਧਾਉਣ ਵਾਲੀ ਹੈ। ਅਕਸਰ ਅਸੀਂ ਬਦਾਮ ਸੌਂਫ ਤੇ ਮਿਸ਼ਰੀ ਰਲਾ ਕੇ ਅੱਖਾਂ ਦੀ ਨਿਗਾਹ ਵਧਾਉਣ ਲਈ ਵਰਤਦੇ ਹੀ ਹਾਂ। ਤਾਂ ਇਸ ਰੈਸਿਪੀ ਵਿੱਚ ਬਦਾਮ ਵੀ ਪਾ ਰਹੇ ਹਾਂ, ਮਿਸ਼ਰੀ ਵੀ ਪਾ ਰਹੇ ਹਾਂ, ਪਰ ਜ਼ਿਆਦਾ ਰੋਲ ਮਿਸ਼ਰੀ ਦਾ ਹੁੰਦਾ ਹੈ ਜਿਹੜੀ ਕਿ ਨਿਗਾਹ ਨੂੰ ਵਧਾਉਣ ਦਾ ਕੰਮ ਕਰਦੀ ਹੈ। ਮਿਸ਼ਰੀ ਖੂਨ ਦੀ ਸਫਾਈ ਕਰਦੀ ਹੈ, ਬਾਡੀ ਨੂੰ ਡਿਟੌਕਸ ਕਰਦੀ ਹੈ। ਇਸ ਕਰਕੇ ਜਿਨ੍ਹਾਂ ਦੀ ਵੀ ਸਕਿਨ ਤੇ ਚਮੜੀ ਤੇ ਕੋਈ ਰੋਗ ਹਨ ਜਾਂ ਫਿਰ ਦਾਣੇ ਨਿਕਲਦੇ ਹਨ, ਕਿਸੇ ਵੀ ਤਰ੍ਹਾਂ ਦੇ ਚਿਹਰੇ ਤੇ ਪਿੰਪਲਸ ਹੁੰਦੇ ਹਨ, ਚਿਹਰੇ ਤੇ ਛਾਈਆਂ ਜਾਂ ਬਲੈਮਿਸ਼ਸ ਹਨ, ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਹੈ। ਸਰੀਰ ਵਿੱਚ ਕਿਤੇ ਵੀ ਜ਼ਖਮ ਹਨ, ਅਲਸਰ ਹਨ, ਅਲਸਰੇਟਿਵ ਕੋਲਾਈਟਿਸ ਜਿਵੇਂ ਕਿ ਅੰਤੜੀਆਂ ਦੇ ਵਿੱਚ ਅਲਸਰ ਹੋ ਜਾਂਦੇ ਹਨ, ਇਸ ਤਰ੍ਹਾਂ ਦੇ ਜ਼ਖਮ ਭਰਨ ਵਿੱਚ ਮਿਸ਼ਰੀ ਬਹੁਤ ਮਦਦ ਕਰਦੀ ਹੈ। ਜਿਨ੍ਹਾਂ ਨੂੰ ਗਰਮੀਆਂ ਵਿੱਚ ਅਕਸਰ ਨਕਸੀਰ ਛੁੱਟਦੀ ਹੈ ਜਾਂ ਫਿਰ ਖੂਨੀ ਬਵਾਸੀਰ ਹੈ ਜਾਂ ਜਿਨ੍ਹਾਂ ਭੈਣਾਂ ਨੂੰ ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਪੈਂਦਾ ਹੈ, ਉਹਨਾਂ ਦੇ ਲਈ ਵੀ ਮਿਸ਼ਰੀ ਬਹੁਤ ਵਧੀਆ ਹੈ। ਵੈਸੇ ਅਸੀਂ ਸਭ ਕੁਝ ਹੀ ਠੰਡੇ ਤਰੀਕੇ ਨਾਲ ਲੈ ਰਹੇ ਹਾਂ, ਪਰ ਮਿਸ਼ਰੀ ਨੈਚੁਰਲ ਕੂਲੈਂਟ ਹੋਣ ਕਰਕੇ ਸਾਡੀ ਇਸ ਰੈਸਿਪੀ ਨੂੰ ਪਾਵਰਫੁਲ ਕੂਲੈਂਟ ਰੈਸਿਪੀ ਬਣਾ ਦੇਗੀ, ਪਰ ਫਿਰ ਵੀ ਇਹ ਖੰਘ ਜ਼ੁਕਾਮ ਤੇ ਅਸਥਮਾ ਨਹੀਂ ਕਰ ਸਕਦੀ। ਇਸ ਵਿੱਚ ਅਸੀਂ 2 ਤੋਂ 3 ਕਾਲੀਆਂ ਮਿਰਚਾਂ ਜਿਹੜੀਆਂ ਹਨ ਇਹਨਾਂ ਨੂੰ ਵੀ ਪਾ ਲਿਆ ਹੈ ਤਾਂ ਕਿ ਅਸੀਂ ਸਾਰੀ ਰੈਸਿਪੀ ਦੀ ਠੰਡਕ ਨੂੰ ਬੈਲੈਂਸ ਕਰ ਸਕੀਏ। ਦੂਸਰਾ ਹੈ ਕਿ ਕਾਲੀ ਮਿਰਚ ਦੀਪਨ ਪਾਚਨ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਦੀਆਂ ਤਾਕਤਵਰ ਰੈਸਿਪੀਜ਼ ਐਬਜ਼ੌਰਬ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਪੂਰੇ ਨਿਊਟ੍ਰੀਐਂਟਸ ਮਿਲਣ। ਇਸ ਦੇ ਨਾਲ ਅਸੀਂ 6 ਤੋਂ 7 ਜਿਹੜੀਆਂ ਹਰੀਆਂ ਇਲਾਇਚੀਆਂ ਹਨ, ਇਸ ਦੇ ਵੀ ਦਾਣੇ ਜਿਹੜੇ ਨੇ ਉਹ ਕੱਢ ਕੇ ਇਸ ਦੇ ਅੰਦਰ ਪਾ ਲੈਣੇ ਹਨ, ਛਿਲਕਾ ਨਹੀਂ ਪਾਉਣਾ। ਇਸ ਨੂੰ ਵੀ ਅਸੀਂ ਥੋੜਾ ਥੋੜਾ ਜਿਹਾ ਪੀਸ ਲਵਾਂਗੇ। ਕਾਲੀਆਂ ਮਿਰਚਾਂ ਜਿਨ੍ਹਾਂ ਨੂੰ ਬਹੁਤ ਗਰਮੀ ਕਰਦੀਆਂ ਹਨ, ਵੈਸੇ ਤਾਂ 2-3 ਹੀ ਪਾਈਆਂ ਹਨ, ਫਿਰ ਵੀ ਤੁਸੀਂ ਇਹਨਾਂ ਨੂੰ ਵੀ ਰਾਤ ਭਰ ਬਦਾਮ ਤੇ ਕਾਜੂਆਂ ਨਾਲ ਭੇ ਕੇ ਰੱਖ ਸਕਦੇ ਹੋ, ਤਾਂ ਉਹ ਬਿਲਕੁਲ ਵੀ ਗਰਮੀ ਵੀ ਨਹੀਂ ਕਰਨਗੀਆਂ ਤੇ ਦੀਪਨ ਪਾਚਨ ਦਾ ਕੰਮ ਵੀ ਕਰਨਗੀਆਂ। ਹੁਣ ਹਰੀ ਇਲਾਇਚੀ ਦੇ ਅਦਭੁਤ ਫਾਇਦੇ ਸੁਣਦੇ ਹਾਂ। ਹਰੀ ਇਲਾਇਚੀ ਠੰਡੀ ਤਾਸੀਰ ਦੀ ਹੁੰਦੀ ਹੈ। ਮੂੰਹ ਦੇ ਰੋਗ ਜਿਵੇਂ ਕਿ ਮਸੂੜਿਆਂ ਦੇ ਰੋਗ, ਦੰਦਾਂ ਦੇ ਰੋਗ, ਮੂੰਹ ਦੇ ਵਿੱਚੋਂ ਬਦਬੂ ਆਉਣਾ, ਗਲੇ ਦੇ ਵਿੱਚ ਇਨਫੈਕਸ਼ਨ ਹੋਣਾ, ਛਾਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਣਾ, ਬਲਗਮ ਬਣਨਾ, ਰੇਸ਼ਾ ਬਣਨਾ, ਖਾਂਸੀ ਜ਼ੁਕਾਮ ਦਮੇ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ। ਪੇਟ ਦੇ ਰੋਗਾਂ ਲਈ ਵੀ ਹਰੀ ਇਲਾਇਚੀ ਬਹੁਤ ਵਧੀਆ ਰਹਿੰਦੀ ਹੈ। ਹਾਰਟ ਟੌਨਿਕ ਦਾ ਕੰਮ ਕਰਦੀ ਹੈ, ਹਾਰਟ ਰੋਗੀਆਂ ਲਈ ਚੰਗੀ ਹੈ। ਡਾਇਬਟੀਜ਼ ਦੇ ਲਈ ਵੀ ਵਧੀਆ ਹੈ। ਜਿਨ੍ਹਾਂ ਦੇ ਅੱਖਾਂ ਦੇ ਵਿੱਚ ਸੋਜ ਰਹਿੰਦੀ ਹੈ ਉਹਨਾਂ ਲਈ ਵੀ ਇਹ ਚੰਗੀ ਹੈ। ਵਾਤ ਰੋਗ ਜਿਵੇਂ ਕਿ ਕਬਜ਼, ਗੈਸ, ਬਲੋਟਿੰਗ ਹੋਣਾ, ਅਧਰੰਗ ਹੋਣਾ ਜਾਂ ਫਿਰ ਹੱਥਾਂ ਪੈਰਾਂ ਦਾ ਕੰਬਣਾ, ਬੁੱਧੀ ਦਾ ਘਟਣਾ, ਸਰੀਰ ਦੇ ਵਿੱਚ ਰੁੱਖਾਪਨ ਆਉਣਾ, ਇਹਨਾਂ ਸਾਰਿਆਂ ਦੇ ਵਿੱਚ ਵੀ ਇਹ ਬਹੁਤ ਲਾਭਦਾਇਕ ਹੈ। ਬਵਾਸੀਰ ਦੇ ਰੋਗੀ ਜਾਂ ਪੇਟ ਦਾ ਕਿਸੇ ਤਰ੍ਹਾਂ ਦਾ ਵੀ ਰੋਗ ਹੋਵੇ ਜਿਵੇਂ ਕਿ ਤੇਜ਼ਾਬ ਬਣਨਾ ਜਾਂ ਅਲਸਰ ਹੋਣਾ, IBS ਹੋਣਾ, ਉਹਦੇ ਵਿੱਚ ਵੀ ਹਰੀ ਇਲਾਇਚੀ ਨੂੰ ਵਰਤਿਆ ਜਾ ਸਕਦਾ ਹੈ। ਪੁਰਸ਼ਾਂ ਦੇ ਰੋਗ ਜਿਵੇਂ ਕਿ ਪ੍ਰੀਮੈਚੁਰ ਇਜੈਕੂਲੇਸ਼ਨ, ਇਰੈਕਟਾਈਲ ਡਿਸਫੰਕਸ਼ਨ ਵਿੱਚ ਵੀ ਇਸ ਦੀ ਵਰਤੋਂ ਲਾਭਦਾਇਕ ਹੈ। ਘਬਰਾਹਟ, ਬੇਚੈਨੀ, ਉਲਟੀ ਆਉਣ ਦਾ ਜੀ ਹੋਵੇ ਤਾਂ ਉਸ ਵੇਲੇ ਵੀ ਇਹ ਲਾਭਦਾਇਕ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੁੱਧ ਵਿੱਚ ਪਕਾ ਕੇ ਅਸੀਂ ਆਪਣੀ ਰੈਸਿਪੀ ਤਿਆਰ ਕਰਾਂਗੇ। ਇਸ ਕਰਕੇ ਇੱਥੇ ਮੈਂ 1.5 ਲੀਟਰ ਦੁੱਧ ਲਿਆ ਹੈ, ਉਹ ਵੀ ਬਿਨਾਂ ਮਲਾਈ ਵਾਲਾ। ਉਸ ਦਾ ਕਾਰਨ ਇਹ ਹੈ ਕਿ ਸਾਡੇ ਕੋਲ ਬਦਾਮ ਤੇ ਕਾਜੂ ਹਨ ਜਿਨ੍ਹਾਂ ਦੇ ਵਿੱਚ ਚੰਗੀ ਕੁਆਲਿਟੀ ਦਾ ਫੈਟ ਹੁੰਦਾ ਹੈ ਜਿਹੜਾ ਕਿ ਸਾਡੇ ਹਾਰਟ ਲਈ ਚੰਗਾ ਹੈ, ਤਾਂ ਸਾਨੂੰ ਮਲਾਈ ਲੈਣ ਦੀ ਜ਼ਰੂਰਤ ਨਹੀਂ ਹੈ। ਅਸੀਂ ਮਿਸ਼ਰੀ ਤੇ ਇਲਾਇਚੀ, ਕਾਲੀ ਮਿਰਚ ਜਿਹੜੀ ਅਸੀਂ ਕੁੱਟੀ ਸੀ ਉਹ ਇਸ ਦੇ ਅੰਦਰ ਪੱਕਣ ਦੇ ਲਈ ਪਾ ਦਿਆਂਗੇ। ਮਿਸ਼ਰੀ ਦੀ ਮਾਤਰਾ ਓਨੀ ਲੈਣੀ ਹੈ ਜਿੰਨਾ ਤੁਹਾਨੂੰ ਮਿੱਠਾ ਚਾਹੀਦਾ ਹੈ। ਹੁਣ ਅਸੀਂ ਇਸ ਦੇ ਵਿੱਚ 1 ਚੁਟਕੀ ਹਲਦੀ ਦੀ ਪਾਉਣੀ ਹੈ ਜਿਹੜੀ ਕਿ ਐਂਟੀਬਾਇਓਟਿਕ ਦਾ ਕੰਮ ਵੀ ਕਰੇਗੀ ਤੇ ਨਾਲ ਹਲਕੀ ਜਿਹੀ ਰੰਗਤ ਦੇਵੇਗੀ। ਡਾਇਬਟੀਜ਼ ਦੇ ਰੋਗੀਆਂ ਨੇ ਇਸ ਵਿੱਚ ਮਿਸ਼ਰੀ ਨਹੀਂ ਪਾਉਣੀ ਕਿਉਂਕਿ ਮਿੱਠੇ ਦੀ ਇੰਨੀ ਜ਼ਰੂਰਤ ਨਹੀਂ ਹੈ। ਕਾਜੂ ਤੇ ਬਦਾਮ ਵਿੱਚ ਕੁਦਰਤੀ ਮਿੱਠਾ ਵੀ ਹੁੰਦਾ ਹੈ।
ਪਰ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਡਾਇਬੀਟੀਜ਼ ਹੋ ਜਾਂਦੀ ਹੈ, ਸਰੀਰ ਵਿੱਚ ਬਹੁਤ ਕਮਜ਼ੋਰੀ ਆ ਜਾਂਦੀ ਹੈ ਤੇ ਸੈਕਸ਼ੂਅਲ ਸਟਰੈਂਥ ਬਿਲਕੁਲ ਘਟ ਜਾਂਦੀ ਹੈ, ਉਹਨਾਂ ਰੋਗੀਆਂ ਲਈ ਇਹ ਬਹੁਤ ਵਧੀਆ ਹੈ। ਜਿਵੇਂ ਹੀ ਦੁੱਧ ਹਲਕਾ ਗਰਮ ਹੋ ਜਾਏਗਾ, ਅਸੀਂ ਜਿਹੜਾ ਪੇਸਟ ਤਿਆਰ ਕੀਤਾ ਹੈ ਬਦਾਮ ਤੇ ਕਾਜੂਆਂ ਦਾ, ਉਹ ਵੀ ਇਸ ਦੇ ਵਿੱਚ ਪਾ ਦੇਣਾ ਹੈ। ਇਸ ਨੂੰ ਅਸੀਂ ਨਾਲ ਹੀ ਹਿਲਾਉਣਾ ਹੈ ਤਾਂ ਕਿ ਕੋਈ ਵੀ ਗੰਢ ਨਾ ਬਣੇ ਤੇ ਇਹ ਇਕਸਾਰ ਇਸ ਦੇ ਵਿੱਚ ਘੁਲ ਜਾਵੇ। ਇਹ ਸਾਰੀ ਰੈਸਿਪੀ ਦੀ ਜਿੰਨੀ ਵੀ ਸਮੱਗਰੀ ਹੈ, ਇਹ ਸ਼ੁਕਰ ਧਾਤੂ ਨੂੰ ਵਧਾਉਣ ਵਾਲੀ ਹੈ। ਇਸ ਕਰਕੇ ਚਾਹੇ ਇਸਤਰੀਆਂ ਹਨ, ਪੁਰਸ਼ ਹਨ, ਜਿਨ੍ਹਾਂ ਦੇ ਵਿੱਚ ਵੀ ਸ਼ੁਕਰ ਧਾਤੂ ਸੰਬੰਧੀ ਕੋਈ ਵੀ ਰੋਗ ਹਨ ਜਾਂ ਫਿਰ ਜਿਹੜੀਆਂ ਇਸਤਰੀਆਂ ਗਰਭ ਧਾਰਨ ਨਹੀਂ ਕਰ ਪਾ ਰਹੀਆਂ, ਉਹਨਾਂ ਦੇ ਲਈ ਇਹ ਬਹੁਤ ਫਾਇਦੇਮੰਦ ਹੈ। ਇਨਫਰਟੀਲਿਟੀ ਦੇ ਜਿਹੜੇ ਰੋਗੀ ਹਨ, ਉਹਨਾਂ ਨੂੰ ਰੋਜ਼ਾਨਾ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਪਰ ਇਸ ਨੂੰ ਖਾਲੀ ਪੇਟ ਲਓ ਜਾਂ ਫਿਰ ਉਸ ਵੇਲੇ ਲਓ ਜਦੋਂ ਤੁਹਾਨੂੰ ਪੂਰੀ ਭੁੱਖ ਲੱਗੀ ਹੈ। ਜਦੋਂ ਤੁਸੀਂ ਪੇਟ ਭਰ ਕੇ ਭੋਜਨ ਕੀਤਾ ਹੋਵੇ ਉਸ ਵੇਲੇ ਨਹੀਂ ਲੈਣੀ, ਕਿਉਂਕਿ ਉਸ ਵੇਲੇ ਅਸਰ ਨਹੀਂ ਕਰੇਗੀ। ਗ੍ਰਾਈਂਡਰ ਦੇ ਵਿੱਚ ਜਿੰਨਾ ਵੀ ਪੇਸਟ ਲੱਗਿਆ ਹੋਇਆ ਹੈ, ਉਸ ਵਿੱਚ ਪਾਣੀ ਮਿਲਾ ਕੇ ਅਸੀਂ ਇਸ ਨੂੰ ਰਲਾ ਲਵਾਂਗੇ। ਇਸ ਦੇ ਅੰਦਰ ਹੀ ਪਾਣੀ ਵੀ ਅਸੀਂ ਇਸ ਵਿੱਚ ਥੋੜਾ ਜਿਹਾ ਪਾ ਸਕਦੇ ਹਾਂ, ਕਿਉਂਕਿ ਅਸੀਂ ਇਸ ਦੁੱਧ ਨੂੰ ਪਕਾਉਣਾ ਹੈ। ਇਸ ਦੇ ਨਾਲ ਸਿਰਫ ਪਾਣੀ ਸੁੱਕੇਗਾ, ਦੁੱਧ ਗਾੜਾ ਨਹੀਂ ਹੋਏਗਾ। ਤੇ ਜੇ ਦੁੱਧ ਗਾੜਾ ਨਹੀਂ ਹੋਏਗਾ, ਇਸ ਕਰਕੇ ਹਾਰਟ ਦੇ ਰੋਗੀ, ਡਾਇਬੀਟੀਜ਼ ਦੇ ਰੋਗੀ, ਹਾਈ ਕੋਲੇਸਟ੍ਰੋਲ ਦੇ ਰੋਗੀ ਸਭ ਇਸ ਨੂੰ ਲੈ ਸਕਦੇ ਹਨ, ਕਿਉਂਕਿ ਗਾੜਾ ਦੁੱਧ ਜਿਹੜਾ ਹੈ ਉਹ ਹਰ ਕਿਸੇ ਨੂੰ ਨਹੀਂ ਪਚ ਸਕਦਾ। ਬਾਕੀ ਤੁਸੀਂ ਜਿੰਨਾ ਚਾਹੋ ਓਨਾ ਪਤਲਾ ਦੁੱਧ ਲੈ ਸਕਦੇ ਹੋ ਤੇ ਬੱਚਿਆਂ ਲਈ ਓਨਾ ਹੀ ਗਾੜਾ ਲੈ ਸਕਦੇ ਹੋ। ਹੁਣ ਇਸ ਵਿੱਚ ਉਬਾਲ ਆ ਗਿਆ ਹੈ। ਉਬਾਲ ਆਉਣ ਤੋਂ ਬਾਅਦ ਅਸੀਂ ਇਸ ਨੂੰ ਮੱਠੀ ਗੈਸ ਕਰਕੇ 15 ਮਿੰਟ ਦੇ ਲਈ ਪਕਾਉਣਾ ਹੈ। ਵਿੱਚੋਂ ਅਸੀਂ ਹਿਲਾਉਂਦੇ ਰਹਿਣਾ ਹੈ। ਬਾਕੀ ਕੋਈ ਹੋਰ ਇਸ ਤੇ ਖੇਚਲ ਕਰਨ ਦੀ ਜ਼ਰੂਰਤ ਨਹੀਂ ਹੈ। ਜਿਨ੍ਹਾਂ ਨੂੰ ਦੁੱਧ ਨਹੀਂ ਪਚਦਾ, ਉਹ ਇਸ ਪੂਰੇ ਮਿਕਸਚਰ ਨੂੰ ਨਾਰੀਅਲ ਦੇ ਦੁੱਧ ਵਿੱਚ ਇਸੇ ਤਰੀਕੇ ਪਕਾ ਸਕਦੇ ਹਨ। ਜਿਸ ਤਰ੍ਹਾਂ ਅਸੀਂ ਬਦਾਮ ਮਿਲਕ ਹਰ ਰੋਜ਼ ਪੀਂਦੇ ਹਾਂ, ਤਾਂ ਇਹ ਬਦਾਮ ਕਾਜੂ ਮਿਲਕ ਹੈ, ਜਿਸ ਦੇ ਵਿੱਚ ਮਿਸ਼ਰੀ ਹੈ, ਇਲਾਇਚੀ ਹੈ, ਥੋੜਾ ਜਿਹਾ ਹਲਦੀ ਤੇ ਕਾਲੀ ਮਿਰਚ ਦਾ ਵੀ ਫਲੇਵਰ ਹੈ। ਇਸ ਕਰਕੇ ਇਹ ਜਿਹੜਾ ਦੁੱਧ ਹੈ, ਅਸਥਮਾ ਦੇ ਰੋਗੀਆਂ ਲਈ, ਟੀਬੀ ਦੇ ਰੋਗੀਆਂ ਲਈ, ਖਾਂਸੀ, ਜ਼ੁਕਾਮ, ਸਾਈਨਸ ਤੇ ਬਲਗਮ ਦੇ ਰੋਗੀਆਂ ਲਈ ਵੀ ਬਹੁਤ ਜ਼ਿਆਦਾ ਵਧੀਆ ਹੈ। 15 ਮਿੰਟ ਹੋ ਚੁੱਕੇ ਹਨ, ਇਹ ਬਿਲਕੁਲ ਤਿਆਰ ਹੈ। ਗੈਸ ਨੂੰ ਬੰਦ ਕਰ ਦੇਣਾ ਹੈ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਹਿਲਾਉਂਦੇ ਹੀ ਠੰਡਾ ਕਰਨਾ ਹੈ, ਤਾਂ ਕਿ ਇਸ ਦੇ ਉੱਪਰ ਮਲਾਈ ਦੀ ਕੋਈ ਪਰਤ ਨਾ ਆਵੇ। ਜਿਨ੍ਹਾਂ ਨੂੰ ਵੀ ਕਫ ਸੰਬੰਧੀ ਰੋਗ ਹਨ ਜਾਂ ਫਿਰ ਜਿਹੜੇ ਵਾਤ ਰੋਗੀ ਜਿਨ੍ਹਾਂ ਨੂੰ ਦਰਦ ਵੱਧ ਜਾਂਦੇ ਹਨ, ਇਹ ਦਰਦ ਨਾਸ਼ਕ ਹੈ। ਜਦੋਂ ਅਸੀਂ ਇਸੇ ਤਰ੍ਹਾਂ ਇਸ ਨੂੰ ਕੋਸਾ ਪੀਵਾਂਗੇ ਜਾਂ ਹਲਕਾ ਗਰਮ ਪੀਵਾਂਗੇ, ਤਾਂ ਕਫ ਤੇ ਵਾਤ ਰੋਗੀਆਂ ਲਈ ਇਹ ਇਸੇ ਤਰ੍ਹਾਂ ਠੀਕ ਹੈ। ਜਾਂ ਫਿਰ ਤੁਸੀਂ ਇਸ ਨੂੰ ਨਾਰਮਲ ਟੈਂਪਰੇਚਰ ਤੇ ਬਿਲਕੁਲ ਠੰਡਾ ਕਰ ਲਵੋ, ਫ੍ਰਿਜ ਵਿੱਚ ਨਾ ਰੱਖੋ। ਇਹ ਤਾਸੀਰ ਠੰਡੀ ਦਾ ਹੈ, ਪਰ ਖਾਂਸੀ, ਜ਼ੁਕਾਮ, ਬਲਗਮ ਨੂੰ ਵਧਾਏਗਾ ਨਹੀਂ, ਸਗੋਂ ਤੁਹਾਡੀ ਕਮਜ਼ੋਰੀ ਦੂਰ ਕਰੇਗਾ। ਬਸ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਭੁੱਖੇ ਪੇਟ ਲੈਣਾ ਹੈ। ਖਾਣਾ ਜਦੋਂ ਖਾਦਾ ਹੋਵੇ ਉਦੋਂ ਨਹੀਂ ਲੈਣਾ। ਰਾਤ ਨੂੰ ਡਿਨਰ ਦੇ ਵਿੱਚ ਵੀ ਇਸ ਨੂੰ ਲਿਆ ਜਾ ਸਕਦਾ ਹੈ, ਪਰ ਉਸ ਵੇਲੇ ਠੰਡਾ ਨਹੀਂ, ਹਲਕਾ ਗਰਮ ਲੈਣਾ ਹੈ। ਤਾਂ ਇਹ ਪੂਰਾ ਕੰਪਲੀਟ ਮੀਲ ਹੈ। ਤੁਸੀਂ ਰੋਟੀ ਨਹੀਂ ਖਾਣਾ ਚਾਹੁੰਦੇ ਤਾਂ ਇਹ ਵੀ ਲੈ ਸਕਦੇ ਹੋ। ਜਿਹੜੇ ਪਿੱਤ ਰੋਗੀ ਹਨ, ਉਹ ਠੰਡਾ ਹੀ ਇਸਤੇਮਾਲ ਕਰਨ। ਫ੍ਰਿਜ ਵਿੱਚ 2-3 ਘੰਟੇ ਲਈ ਇਸ ਨੂੰ ਠੰਡਾ ਕਰ ਲੈਣ ਤੇ ਉਸ ਤੋਂ ਬਾਅਦ ਇਸ ਦੀ ਵਰਤੋਂ ਕਰ ਸਕਦੇ ਹਨ। ਤਾਕਤਵਰ ਹੋਣ ਦੇ ਨਾਲ ਬਹੁਤ ਜ਼ਿਆਦਾ ਸਵਾਦਿਸ਼ਟ ਹੈ। ਕਿੰਨਾ ਆਸਾਨ ਹੈ ਬਣਾਉਣਾ। ਬਾਜ਼ਾਰ ਵਿੱਚੋਂ ਜਿਹੜਾ ਬਦਾਮ ਮਿਲਕ ਲੈਂਦੇ ਹੋ, ਉਸ ਤੋਂ ਤੁਹਾਨੂੰ ਇਹ ਤਾਕਤ ਕਦੀ ਨਹੀਂ ਮਿਲ ਸਕਦੀ, ਪਰ ਜੇ ਘਰ ਵਿੱਚ ਬਣਾਓਗੇ ਤਾਂ ਇਸ ਜਿੰਨੀ ਤਾਕਤ ਕਿਸੇ ਹੋਰ ਚੀਜ਼ ਵਿੱਚ ਨਹੀਂ ਹੈ। ਦੁੱਧ ਤੋਂ ਡਰ ਲੱਗਦਾ ਹੈ ਤਾਂ ਨਾਰੀਅਲ ਦਾ ਦੁੱਧ ਲੈ ਲਓ। ਮਲਾਈ ਤੋਂ ਡਰਦੇ ਹੋ ਤਾਂ ਕੱਚੀ ਲੱਸੀ ਦੇ ਵਿੱਚ ਬਣਾ ਲਓ। ਡਾਇਬੀਟੀਜ਼ ਦੇ ਰੋਗੀ ਜਾਂ ਜਿਹੜੇ ਭਾਰ ਘਟਾਉਣਾ ਚਾਹੁੰਦੇ ਹਨ, ਉਹ ਮਿਸ਼ਰੀ ਦੀ ਜਗ੍ਹਾ ਬਦਾਮ ਤੇ ਕਾਜੂਆਂ ਨਾਲ 2 ਛੁਹਾਰੇ ਭੇ ਕੇ ਰੱਖ ਦੇਣ ਤੇ ਉਹਨਾਂ ਨੂੰ ਰਗੜ ਕੇ ਦੁੱਧ ਦੇ ਵਿੱਚ ਪਕਾ ਲੈਣ। ਇਸ ਦੇ ਨਾਲ ਹਲਕਾ ਮਿੱਠਾ ਕੁਦਰਤੀ ਤੌਰ ਤੇ ਆ ਜਾਏਗਾ ਤੇ ਬਿਨਾਂ ਮਿੱਠੇ ਦੇ ਉਹ ਪੂਰੇ ਗੁਣ ਇਸ ਦੁੱਧ ਦੇ ਲੈ ਸਕਦੇ ਹਨ। ਤੇ ਜੇ ਤੁਸੀਂ ਇਸ ਨੂੰ ਇੱਕ ਮੀਲ ਮੰਨ ਲੈਂਦੇ ਹੋ, ਆਪਣੇ ਨਾਸ਼ਤੇ ਵਿੱਚ, ਲੰਚ ਵਿੱਚ ਜਾਂ ਡਿਨਰ ਵਿੱਚ ਲੈਂਦੇ ਹੋ ਤੇ ਨਾਲ ਰੋਟੀ, ਸਬਜ਼ੀ ਕੁਝ ਵੀ ਹੋਰ ਨਹੀਂ ਖਾਂਦੇ, ਤਾਂ ਇਹ weight gain ਵੀ ਨਹੀਂ ਕਰੇਗਾ, ਸਗੋਂ weight ਨੂੰ ਮੇਨਟੇਨ ਕਰਕੇ ਰੱਖੇਗਾ। ਬੱਚਿਆਂ ਨੂੰ ਬੇਫਿਕਰ ਹੋ ਕੇ ਪੁਣ ਕੇ ਦੇ ਦਿਓ, ਕਿਉਂਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਪਕਾਇਆ ਹੈ। ਸਾਰੀਆਂ ਚੀਜ਼ਾਂ ਦਾ ਪੋਸ਼ਣ ਦੁੱਧ ਦੇ ਵਿੱਚ ਹੈ। ਪੁਣ ਕੇ ਸਿਰਫ ਫਾਈਬਰ ਬਾਹਰ ਨਿਕਲੇਗਾ, ਨਿਊਟ੍ਰੀਸ਼ਨ ਦੁੱਧ ਦੇ ਵਿੱਚ ਹੀ ਹੈ। ਨਹੀਂ ਤਾਂ ਬੱਚਿਆਂ ਨੂੰ ਤੁਸੀਂ ਇਸ ਦੁੱਧ ਦੀ ਆਈਸਕ੍ਰੀਮ ਜਮਾ ਕੇ ਵੀ ਦੇ ਸਕਦੇ ਹੋ, ਤਾਂ ਬੱਚੇ ਸ਼ੌਂਕ ਨਾਲ ਖਾ ਲੈਂਦੇ ਹਨ। ਉਮੀਦ ਕਰਦੀ ਹਾਂ ਕਿ ਇਹ ਰੈਸਿਪੀ, ਜਿਹੜੀ ਕਿ ਤੁਹਾਡੇ ਪੂਰੇ ਪਰਿਵਾਰ ਲਈ ਸਿਹਤਮੰਦ ਹੋ ਸਕਦੀ ਹੈ, ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਫਿਰ ਮਿਲਾਂਗੀ ਕਿਸੇ ਹੋਰ ਨਵੇਂ ਵਿਸ਼ੇ ਨਾਲ, ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।